ज्ञान किछ कर्म न जाना, सार न जाना तेरी। सब ते वड्डा सतगुर नानक, जिन कल राखी मेरी। जे को जाना आखां नहीं, कहना कथन न जाई। गुरा एक देह बुझाई, सबना जियां का एक दाता। सो मैं विसर ना जाई। सतनाम श्री वाहिगुरु साहिब जीओ। जेह माया ममता तजी, सब ते भयो उदास। कहो नानक सुन रे मना, तेह कट ब्रह्म निवास। जेह माया ममता तजी, सब ते भयो उदास। कहो नानक सुन रे मना, तेह कट ब्रह्म निवास। गरीब नवाज। धन धन सतगुरु श्री गुरु ग्रंथ ਸਾਹਿਬ महाराज जी की पावन पवित्र हजूरी अंदर सुभाईमान सतसंगी जनों, वड भागे खान। संध्या वेले दे पावन दीवाना विच बैठ के शरदा प्रेम भावना दे नाल आप जी ने ਸਾਹਿਬਾਂ ਦੀ पावन बाणी का कीर्तन गुरमुख प्यारिया पासों सरवण कीता। सतगुर दाता रहमत करे, गावे सुने बचन साडे हिरदे विच वस जान। गुरु के बचना राही सानू जीवन जिउण दी जाच आ जाए। ओ चज ओ आचार असी गुरु कोलों सिख लईए। धन धन सतगुरु गुरु तेग बहादुर महाराज, उन्हां दी पावन बाणी श्लोक महला 9वां, उसका 18 नंबर श्लोक आप जी ने सरवण किया। आओ सतगुर दाता कृपा करे, गुरु तेग बहादुर महाराज सतगुर जी धर्म की चादर रहमत करन। इस श्लोक के विचार आपां समझ विचार सकीए। गुरबाणी विषय समझण ते विचारण दा, पढ़ के समझना सी विचारना सी। सो ओख इत्थे हो गई, असी पढ़ तां लिया पर समझिया ते विचारिया नहीं। जे किते समझिया ते विचारिया हुंदा ना, कल्ला कल्ला बाणी दा बचन साडे हिरदे दे अंदर घर कर जांदा। बचन साडे हिरदे अंदर क्यों नहीं बैठदा? क्योंकि बचन नूं आपां समझदे नहीं आ। आपां गंढ दे के पल्ले नाल नहीं बनदे। अधूरा बंदा कोई गल कह देना, कोई देहधारी, आपां झट उहदी
ਗੱਲ ਨੂੰ ਮੰਨ ਲੈਂਦੇ ਆ, ਪਰ ਜਿਹੜਾ ਪੂਰਾ ਪੂਰਬ ਪੂਰਾ ਬਚਨ ਪੂਰਾ ਜੋ ਕਹਿਓ, ਬਚਨ ਗੁਰੂ ਜੋ ਪੂਰਾ ਕਹਿਓ, ਮੈਂ ਛੀਕ ਗਾਂਠਰੀ ਵਾਧਾ, ਉਹ ਆਪਾਂ ਬੰਨਿਆ ਨਹੀਂ। ਇਸੇ ਕਰਕੇ ਬਾਣੀ ਸਾਨੂੰ ਬਹੁਤੀ ਸਮਝ ਨਹੀਂ ਆਉਂਦੀ। ਸੋ ਆਓ ਸਤਿਗੁਰ ਦਾਤਾ ਕਿਰਪਾ ਕਰੇ, ਜਿਤਨਾ ਵੀ ਬਾਣੀ ਦਾ ਗੂੜ ਖਜ਼ਾਨਾ ਹੈ ਨਾ, ਇਹ ਮਨ ਨੂੰ ਹੀ ਸਮਝਾਉਣ ਦੇ ਲਈ ਹੈ, ਕਿਤੇ ਮਨ ਸਮਝੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਅੱਜ ਦੇ ਪਾਵਨ ਬਚਨ ਵਿੱਚ ਕੀ ਕਿਰਪਾ ਕਰਦੇ ਆ, ਇਹਨੂੰ ਵਿਚਾਰੀਏ। ਇੱਕ ਵਾਰੀ ਸਾਰੇ ਰਸਨਾ ਪਵਿੱਤਰ ਕਰੋ, ਪਿਆਰ ਸਤਿਕਾਰ ਅਤੇ ਅਦਬ ਦੇ ਨਾਲ ਦੋਵੇਂ ਹੱਥ ਜੋੜ ਗੱਜ ਵੱਜ ਕੇ ਫਤਿਹ ਦੀ ਸਾਂਝ ਪਾਓ। ਸਾਹਿਬਾਂ ਦੇ ਚਰਨਾਂ 'ਚ ਸੀਸ ਨਵਾਓ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਨੰਬਰ 18। ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਦੇ ਆ, ਜੇਹ ਮਾਇਆ ਮਮਤਾ ਤਜੀ, ਸਭ ਤੇ ਭਇਓ ਉਦਾਸ। ਇਹਦੇ ਭਾਵ ਅਰਥ, ਜਿਸ ਮਨੁੱਖ ਨੇ ਮਾਇਆ ਦਾ ਮੋਹ ਛੱਡ ਦਿੱਤਾ। ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ, ਮਾਇਆ ਮਾੜੀ ਨਹੀਂ ਹੈ, ਮਾਇਆ ਗੁਜ਼ਰਾਨ ਹੈ। ਹਰੇਕ ਘਰ ਦੇ ਅੰਦਰ ਹਰੇਕ ਬੰਦੇ ਦੀ ਲੋੜ ਹੈ, ਹਰੇਕ ਮਨੁੱਖ ਦੀ ਲੋੜ ਹੈ। ਧਰਮ ਦੀ ਦੁਨੀਆ ਦੇ ਅੰਦਰ ਜੇਕਰ ਆਪਾਂ ਗੁਰੂ ਸਾਹਿਬਾਨਾਂ ਵੱਲ ਵੇਖਦੇ ਹਾਂ, ਤੇ ਗੁਰੂ ਸਾਹਿਬਾਨਾਂ ਨੇ ਵੀ ਕਿਤੇ ਮਾਇਆ ਦਾ ਤਿਆਗ ਨਹੀਂ ਕੀਤਾ। ਗੁਰੂ ਨਾਨਕ ਮਹਾਰਾਜ ਆਪ 20 ਦਾ ਲੰਗਰ ਲਾ ਕੇ ਇਹ ਗੱਲ ਸਮਝਾ ਰਹੇ ਆ ਕਿ ਵੀ ਪੈਸੇ ਤੋਂ ਬਿਨਾਂ ਨਹੀਂ ਉਹ ਲੱਗ ਸਕਦਾ, ਧਨ ਤੋਂ ਬਿਨਾਂ ਨਹੀਂ। ਮੋਤੀ ਖਾਨੇ ਦੀ ਕਾਰ ਕਰ ਰਹੇ ਆ ਤੇ ਉੱਥੇ ਵੀ ਕਮਾਈ ਕਰਦੇ, ਇੱਕ ਸੱਚ ਦਾ ਹੋਕਾ ਦਿੰਦੇ ਆ ਕਿ ਵੀ ਇਹ ਮਾਇਆ ਗੁਜ਼ਰਾਨ ਹੈ। ਪਰ ਕਮਾਉਣ ਦਾ, ਉਦੋਂ ਵੀ ਇਸ ਗੱਲ ਸਾਂਝੀ ਕੀਤੀ ਸੀ, ਕਮਾਉਣ ਦਾ ਤੇ ਵਰਤਣ ਦਾ ਢੰਗ ਸਾਨੂੰ ਆ ਰਿਹਾ, ਇਹ ਦੋ ਗੱਲਾਂ। ਸੋ ਅੱਜ ਦੇ ਪਾਵਨ ਬਚਨ ਦੇ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ, ਜੇ ਮਾਇਆ ਮਮਤਾ ਤਜੀ, ਸੰਸਾਰ ਤੇ ਜਦੋਂ ਤੁਸੀਂ ਝਾਤ ਮਾਰੋਗੇ ਨਾ, ਦੋ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ। ਜਿਸ ਬੰਦੇ ਕੋਲ ਲੱਖ ਹੈ ਨਾ, ਉਹਨੂੰ ਆਪਾਂ ਕਹਿੰਦੇ ਆ ਛੋਟਾ ਬੰਦਾ, ਤੇ ਜਿਹਦੇ ਕੋਲ ਕਰੋੜ ਹੈ ਉਹਨੂੰ ਕਹਿੰਦੇ ਆ ਵੱਡਾ ਬੰਦਾ। ਇਵੇਂ ਹੀ ਧਰਮ ਦੀ ਦੁਨੀਆ ਦੇ ਅੰਦਰ ਇੱਕ ਸਾਧੂ, ਜਿਹਨੇ ਆਪਣੇ ਆਪ ਨੂੰ ਥੋੜਾ ਜਿਹਾ ਸਾਧਿਆ, ਉਹ ਬਣ ਗਿਆ ਲੱਖ ਦਾ, ਤੇ ਜਿਹਨੇ ਆਪਣੇ ਆਪ ਨੂੰ ਮਾਇਆ ਤਿਆਗ ਕੇ, ਮਾਇਆ ਛੱਡ ਕੇ, ਉਹ ਬਣ ਗਿਆ ਕਰੋੜਪਤੀ। ਪਰ ਕਦੀ ਇਹਨਾਂ ਵੱਲ ਧਿਆਨ ਬਣਿਓ, ਜਿਹੜਾ ਲੱਖਪਤੀ ਹੈ, ਜਿਹੜਾ ਕਰੋੜਪਤੀ ਬਣ ਕੇ ਬੈਠਾ, ਤਿਆਗ ਫਿਰ ਵੀ ਉਹਦੇ ਕੋਲ ਨਹੀਂ ਹੈ, ਤਿਆਗ ਫਿਰ ਵੀ ਨਹੀਂ ਹੈ। ਫਿਰ ਵੀ ਸਤਿਗੁਰੂ ਜੀ ਕਹਿੰਦੇ ਆ, ਹੱਥ ਵਿੱਚ ਕਮੰਡਲ ਪਕੜ ਲੈਂਦਾ, ਹੱਥ ਦੇ ਵਿੱਚ ਐਸੀ ਚੀਜ਼ ਫੜ ਕੇ ਉਨਕੀ ਕੈ ਘਰ ਮੰਗਣ ਜਾਈ। ਭਾਵੇਂ ਘਰ-ਬਾਰ ਛੱਡ ਬੈਠਾ, ਭਾਵੇਂ ਹਰੇਕ ਚੀਜ਼ ਦਾ ਤਿਆਗ ਛੱਡ। ਤਿਆਗ ਉਦੋਂ ਹੀ ਹੁੰਦਾ ਜਦੋਂ ਕਿਸੇ ਗੱਲ ਦੇ ਪ੍ਰਤੀ ਚਿੰਤਾ ਹੋਵੇ। ਜਦੋਂ ਚਿੰਤਾ ਖਾਣ ਲੱਗਦਾ ਨਾ, ਫਿਰ ਬੰਦਾ ਸੋਚਦਾ ਕਿ ਮੈਂ ਇਹਨੂੰ ਤਿਆਗ ਹੀ ਦੇਵਾਂ, ਇਹਨੂੰ ਛੱਡ ਹੀ ਦਾਂ, ਕਿਉਂਕਿ ਛੱਡਣਾ ਬੜਾ ਔਖਾ ਹੈ, ਬੜਾ ਔਖਾ ਹੈ। ਹੁਣ ਮੈਂ ਇੱਕ ਬੇਨਤੀ ਤੁਹਾਡੇ ਨਾਲ ਹੋਰ ਸਾਂਝੀ ਕਰਦਾ। ਇੱਕ ਗ੍ਰਹਿਣੀ ਹੈ ਤੇ ਇੱਕ ਤਿਆਗੀ ਹੈ। ਗ੍ਰਹਿਣੀ ਜਿਹੜਾ ਹੈ, ਜਿਵੇਂ ਆਪਾਂ ਗ੍ਰਸਤ ਤੋਂ ਬਣਿਆ ਗ੍ਰਹਿਣੀ, ਹੁਣ ਇਹਨੇ ਹਰੇਕ ਚੀਜ਼ ਗ੍ਰਹਿਣ ਤਾਂ ਕੀਤੀ, ਪਕੜ ਤਾਂ ਲਈ, ਪਰ ਉਹਦੀ ਚਿੰਤਾ ਦੇ ਵਿੱਚ ਡੁੱਬ ਗਿਆ ਕਿ ਮੈਂ ਸੰਭਾਲ ਕਿਵੇਂ ਕਰਾਂਗਾ। ਜਿਹੜੀਆਂ ਚੀਜ਼ਾਂ ਮੇਰੇ ਆਲੇ ਦੁਆਲੇ ਨੇ, ਜਿਹੜੀ ਮਮਤਾ ਮੇਰੇ ਆਲੇ ਦੁਆਲੇ ਤੁਰੀ ਫਿਰਦੀ ਹੈ ਮੋਹ ਦੇ ਰੂਪ ਦੇ ਅੰਦਰ, ਉਹਨੂੰ ਮੈਂ ਸੰਭਾਲਾਂਗਾ ਕਿਵੇਂ। ਹੁਣ ਇਸ ਗੱਲ ਦੀ ਚਿੰਤਾ ਹੈ।
ਹੁਣ ਉਸ ਚਿੰਤਾ ਨੂੰ ਹਟਾਉਣ ਦੇ ਲਈ ਇਹ ਤਿਆਗੀ ਬਣਦਾ, ਫਿਰ ਤਿਆਗੀ ਬਣ ਕੇ ਆਪਣਾ ਗ੍ਰਹਿਸਥ ਵੀ ਛੱਡਦਾ, ਆਪਣਾ ਘਰ ਆਪਣਾ ਪਰਿਵਾਰ ਵੀ ਛੱਡਦਾ। ਸਤਿਗੁਰੂ ਜੀ ਕਹਿੰਦੇ ਸਾਰਾ ਕੁਝ ਛੱਡ ਕੇ ਇਸ ਸੰਸਾਰ ਤੋਂ ਉਪਰਾਮ ਹੋਣ ਦੀਆਂ ਗੱਲਾਂ ਕਰਦਾ। ਇੱਕ ਬਚਨ ਹੈ ਬੜਾ ਪਿਆਰਾ ਸਤਿਗੁਰੂ ਜੀ ਦੀ ਬਾਣੀ ਦੇ ਅੰਦਰ। ਸਤਿਗੁਰੂ ਜੀ ਕਹਿੰਦੇ ਇਹੋ ਜਿਹੇ ਲੋਕ ਹੀ ਕਹਿੰਦੇ ਆ ਕਿ ਵੀ ਸਭ ਕਹਤੇ ਹਮੈ ਪਾਇਆ, ਜਿਨ੍ਹਾਂ ਨੂੰ ਵੇਖਦੇ ਆ ਸਭ ਇਹੀ ਗੱਲ ਕਹਿੰਦੇ ਮੈਂ ਪਾ ਲਿਆ, ਮੈਂ ਪਾ ਲਿਆ, ਪਰ ਇਹਨਾਂ ਦੇ ਅੰਦਰ ਝਾਤ ਮਾਰ ਇਹਨਾਂ ਨੇ ਕਿਤੇ ਵੀ ਨਹੀਂ ਪਾਇਆ। ਜੇ ਪਾਇਆ ਹੁੰਦਾ ਤੇ ਇਹਨਾਂ ਦਾ ਅੰਦਰ ਬੋਲਦਾ। ਹੁਣ ਜਿਹੜਾ ਸ਼ਬਦ ਇੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਨੂੰ ਸਮਝਾ ਰਹੇ ਆ, ਮਮਤਾ ਬਾਣੀ ਦੇ ਵਿੱਚ ਵੀ ਆਇਆ, ਮਾਇਆ ਮਮਤਾ ਮੋਹਣੀ, ਹਨਾ ਜੀ, ਪਾਪ ਮਾਇਆ ਦਾ ਮੋਹ ਜਿਨ ਵਿਣ ਦੰਤਾ ਜਗ ਖਾਇਆ। ਹੁਣ ਇਹ ਜਿਹੜਾ ਸ਼ਬਦ ਹੈ ਇਹਨੂੰ ਥੋੜਾ ਜਿਹਾ ਤੁਸੀਂ ਇਤਿਹਾਸ ਦੀ ਰੰਗਤ ਦੇ ਵਿੱਚ ਰੰਗ ਕੇ ਵੇਖੋ, ਇਹਦਾ ਉੱਥੋਂ ਪਤਾ ਲੱਗ ਜਾਏਗਾ। ਮਮਤਾ ਦਾ ਭਾਵ ਅਰਥ ਕੀ ਹੈ ਕਿ ਵੀ ਸੰਸਾਰ ਤੋਂ ਕਿਵੇਂ ਆਪਾਂ ਇਸ ਮੋਹ ਤੋਂ ਬਚਣਾ। ਘਰ ਤਾਂ ਗੁਰੂ ਨਾਨਕ ਮਹਾਰਾਜ ਜੀ ਨੇ ਵੀ ਛੱਡਿਆ, ਉਹ ਵੀ ਤੁਰੇ ਆ ਉਦਾਸੀਆਂ ਦੇ ਲਈ, ਪਰ ਚੇਤੇ ਰੱਖਣਾ ਉਹ ਕਿਸੇ ਰਾਤ ਦੇ ਵਕਤ ਨਹੀਂ ਗਏ। ਜਿਵੇਂ ਮੰਨਿਆ ਜਾਂਦਾ ਹੈ ਕਿ ਵੀ ਇੱਕ ਮਹਾਤਮਾ ਬੁੱਧ ਆਪਣੀ ਪਤਨੀ ਆਪਣੇ ਬੱਚੇ ਨੂੰ ਛੱਡ ਕੇ ਰਾਤ ਨੂੰ ਚਲਾ ਗਿਆ। ਇਹਨੂੰ ਕਹਿੰਦੇ ਆ ਸੰਸਾਰ ਛੱਡਣਾ, ਘਰ-ਬਾਰ ਛੱਡਣਾ। ਪਰ ਇੱਥੇ ਤਾਂ ਸੁਲਤਾਨਪੁਰ ਦੀ ਧਰਤੀ ਤੇ ਦਿਨ ਚਿੱਟਾ ਨਿਕਲਿਆ ਹੋਇਆ ਹੈ, ਸੂਰਜ ਜਿਹੜਾ ਉਹ ਚਮਕਾਂ ਪਿਆ ਮਾਰਦਾ ਹੈ, ਸਤਿਗੁਰ ਦਾ ਪਰਿਵਾਰ ਖਲੋਤਾ ਹੈ, ਬੱਚੇ ਖਲੋਤੇ ਨੇ, ਮਾਂ-ਬਾਪ ਖਲੋਤੇ ਨੇ, ਭੈਣ ਉਹਨਾਂ ਦੇ ਸਾਰਾ ਪਰਿਵਾਰ ਇਕੱਠਾ ਹੋਇਆ ਹੈ। ਪੂਰਾ ਸੁਲਤਾਨਪੁਰ ਉੱਥੇ ਜਿਹੜਾ ਹੈ ਗੁਰੂ ਨਾਨਕ ਮਹਾਰਾਜ ਜੀ ਨੂੰ ਤੱਕ ਰਿਹਾ ਹੈ, ਤੇ ਗੁਰੂ ਨਾਨਕ ਮਹਾਰਾਜ ਜੀ ਕਹਿ ਰਹੇ ਆ ਕਿ ਮੈਂ ਅੱਜ ਤਿਆਗ ਛੱਡ ਕੇ ਚਲੇ ਜਾਣਾ ਹੈ। ਅੱਛਾ ਜੀ, ਉੱਥੇ ਜਿਹੜਾ ਤਿਆਗ ਹੈ, ਉੱਥੇ ਜਿਹੜੀ ਚੀਜ਼ ਛੱਡੀ ਜਾ ਰਹੀ ਹੈ ਉਹ ਕੀ ਛੱਡੀ ਜਾ ਰਹੀ ਹੈ? ਘਰ ਦਾ ਮੋਹ ਮਮਤਾ ਛੱਡੀ ਜਾ ਰਹੀ ਹੈ। ਕਾਹਦੇ ਲਈ? ਜਿਵੇਂ ਮਾਤਾ ਜੀ ਕਹਿੰਦੇ ਆ ਨਾ, ਸੁਲੱਖਣੀ ਮਾਤਾ ਜੀ ਕਹਿੰਦੇ ਆ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ, ਤੂੰ ਆਪਣੇ ਪੁੱਤਰਾਂ ਵੱਲ ਝਾਤ ਮਾਰ, ਇਹ ਤੇਰੇ ਛੋਟੇ ਛੋਟੇ ਬੱਚੇ ਆ, ਇਹਨਾਂ ਨੂੰ ਕੌਣ ਪਾਲੇਗਾ, ਇਹਨਾਂ ਦੀ ਕੌਣ ਰਖਵਾਲੀ ਕਰੇਗਾ? ਤੇ ਗੁਰੂ ਨਾਨਕ ਮਹਾਰਾਜ ਜੀ ਇੱਕ ਗੱਲ ਕਹਿੰਦੇ ਆ, ਤੇਰੇ ਦੋ ਪੁੱਤਰਾਂ ਦਾ ਮੋਹ ਵੇਖ ਕੇ, ਤੇਰੇ ਦੋ ਪੁੱਤਰਾਂ ਦੀ ਮਮਤਾ ਮੈਨੂੰ ਡੁਲਾ ਨਹੀਂ ਸਕਦੀ। ਕਿਉਂ? ਇਹੋ ਜਿਹੇ ਅਨੇਕਾਂ ਦੁਖੀਏ ਦਰਦਵੰਦ ਅੱਡੀਆਂ ਚੁੱਕ ਚੁੱਕ ਕੇ ਮੈਨੂੰ ਪਏ ਉਡੀਕਦੇ ਆ। ਇਹੋ ਜਿਹੇ ਅਨੇਕਾਂ ਹੀ ਇਹੋ ਜਿਹੇ ਨੇ ਦੁਖੀਏ ਜਿਹੜੇ ਆਪਣੇ ਦਿਲ ਅੰਦਰ ਦਰਦ ਲੈ ਕੇ ਬੈਠੇ ਆ, ਆਪਣੇ ਅੰਦਰ ਪੀੜਾ ਲੈ ਕੇ ਬੈਠੇ ਆ। ਮੈਂ ਦੱਸ ਉਹਨਾਂ ਦੀ ਪੀੜਾ ਇਹਨਾਂ ਦੋਹਾਂ ਨੂੰ ਵੇਖ ਕੇ ਥੋੜਾ ਭੁੱਲ ਜਾਣਾ? ਉੱਥੇ ਪਰਿਵਾਰ ਦੀ ਮਮਤਾ ਨਹੀਂ ਹੈ, ਪਰਿਵਾਰ ਤੋਂ ਉੱਤੇ ਉੱਠ ਕੇ ਜੀਵਿਆ ਜਾ ਰਿਹਾ ਜੇ ਜਿਉਣਾ। ਹੋਰ ਮੈਂ ਅੱਜ ਇੱਕ ਕਿਤਾਬ ਪੜ੍ਹਦਾ ਸਾਂ, ਜਸਵੰਤ ਸਿੰਘ ਪਰਵਾਨਾ ਜੀ ਦੀ ਲਿਖੀ ਹੋਈ ਹੈ, ਧਰਮ ਦੀ ਚਾਦਰ। ਉਹਦੇ ਅੰਦਰ ਉਹਨਾਂ ਨੇ ਬੜੀ ਕਮਾਲ ਦੀ ਇੱਕ ਗੱਲ ਲਿਖੀ, ਕਹਿੰਦੇ ਮਮਤਾ ਦੀ ਗੱਲ ਆਪਾਂ ਕਰਦੇ ਆ ਕਿਉਂਕਿ ਇਹਦੇ ਵਿੱਚ ਬਚਨ ਆਇਆ ਮਾਇਆ ਮਮਤਾ। ਕਹਿੰਦੇ ਜਿਵੇਂ ਤੂੰ ਸਿੱਖ ਸਕਦਾ ਇੱਕ ਘਰ ਦੇ ਵਿੱਚ ਪ੍ਰਾਹੁਣਾ ਆਵੇ ਨਾ, ਪ੍ਰਾਹੁਣਾ ਜਦੋਂ ਆਉਂਦਾ ਉਹ ਕੁਝ ਦਿਨ ਮਿੱਥ ਕੇ ਆਉਂਦਾ ਕਿ ਮੈਂ ਇੰਨੇ ਦਿਨ ਰਹਿਣਾ, ਫਿਰ ਮੈਂ ਚਲੇ ਜਾਣਾ, ਮੈਂ ਰਹਿਣਾ ਨਹੀਂ ਹੈ। ਜਦੋਂ ਮੈਂ ਰਹਿਣਾ ਹੀ ਇੱਥੇ ਨਹੀਂ, ਫਿਰ ਮੈਂ ਇੱਥੋਂ ਅਹੰਕਾਰ ਵੀ ਕਾਹਦਾ ਕਰਨਾ? ਜਿਵੇਂ ਸਤਿਗੁਰੂ ਜੀ ਕਹਿੰਦੇ ਜਾਂ ਰਹਿਣਾ ਨਹੀਂ ਐਤ ਜਗ ਤਾਂ ਕਾਇਤ ਗਰਭ ਹੰਡੀਐ, ਮੰਦਾ ਕਿਸੈ ਨਾ ਆਖੀ ਆਪੜ ਅੱਖਰ ਇਹੋ ਬੁੱਝੀਐ। ਬੁੱਝ ਲੈਂਦਾ ਉਹ ਅੱਖਰ, ਸਮਝ ਲੈਂਦਾ ਉਹਨਾਂ ਗੱਲਾਂ ਨੂੰ ਕਿ ਵੀ ਜਿੱਥੇ ਮੈਂ ਰਹਿਣ ਆਇਆ ਨਾ ਸਿਰਫ 2 ਜਾਂ 3 ਦਿਨ ਰਹਿਣਾ, ਫਿਰ ਮੈਂ ਚਲੇ ਜਾਣਾ। ਮੈਂ ਇਹਨਾਂ ਦੇ ਮੋਹ ਦੇ ਚੱਕਰ ਦੇ ਅੰਦਰ ਆਪਣਾ ਇੱਥੇ ਮੈਂ ਬਰਬਾਦ ਨਹੀਂ ਕਰਨਾ ਸਮਾਂ। ਕਈ ਵਾਰ ਉਹਦੇ ਵਿੱਚ ਹੋਰ ਉਦਾਹਰਨ ਦਿੱਤੀ ਹੈ, ਕਹਿੰਦੇ ਕਿ ਜਦੋਂ ਕੋਈ ਪ੍ਰਾਹੁਣਾ ਆ ਵੀ ਜਾਵੇ ਨਾ, ਤੁਹਾਡੇ ਘਰਾਂ ਦੇ ਵਿੱਚ ਵੀ ਆਉਂਦੇ ਹੋਣਗੇ, ਉਹ ਕਈ ਵਾਰ ਆਪਣੀ ਘੜੀ ਵੱਲ ਵੇਖੀ ਜਾਂਦੇ ਹੁੰਦੇ ਆ, ਘੜੀ ਵੱਲ ਵੇਖਦੇ ਆ, ਸਮੇਂ ਵੱਲ ਵੇਖੀ ਜਾ ਰਿਹਾ, ਮੈਂ ਜਾਣਾ। ਸਤਿਗੁਰੂ ਜੀ ਕਹਿੰਦੇ ਆ ਬੰਦਿਆ, ਇਹ ਹੈ ਮਮਤਾ ਤੋਂ ਉੱਠੀ ਹੋਈ ਇੱਕ ਉਦਾਹਰਣ।
ਮੋਹ ਤੋਂ ਉੱਤੇ, ਕਿਉਂਕਿ ਜੇ ਉਹਦੇ ਅੰਦਰ ਮੋਹ ਹੋਏਗਾ, ਮਮਤਾ ਹੋਏਗਾ, ਉੱਥੋਂ ਦੀ ਚਹਿਲ, ਉੱਥੋਂ ਦੀ ਬਹਿਲ ਨੂੰ ਵੇਖ ਕੇ ਕਈ ਇਹੋ ਜਿਹੇ ਵੀ ਪਰੋਣੇ ਹੁੰਦੇ ਆ ਜਿਹੜੇ ਕਹਿੰਦੇ ਸਾਡਾ ਜਾਣ ਨੂੰ ਜੀ ਨਹੀਂ ਕਰਦਾ। ਬਸ ਇਹੀ ਕਹਾਣੀ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਬੰਦੇ ਨਾਲ ਬਣ ਗਈ ਹੈ। ਇਹੀ ਕਹਾਣੀ ਸੰਸਾਰ ਨਾਲ ਬਣ ਗਈ ਹੈ। ਸੰਸਾਰ ਦੀ ਮਾਇਆ ਦੀ ਮੋਹ, ਇਹ ਚੰਚਲਤਾ ਨੂੰ ਵੇਖ ਕੇ ਭਾਵ ਉਹਦੇ ਵਿੱਚ ਮੋਹਿਆ ਗਿਆ, ਹੁਣ ਇਹਦਾ ਜਾਣ ਨੂੰ ਇੱਥੋਂ ਜੀ ਨਹੀਂ ਕਰਦਾ, ਕਹਿੰਦਾ ਮੈਂ ਜਾਣਾ ਹੀ ਨਹੀਂ। ਜ਼ਿੰਦਗੀ ਬਿਤਾ ਲੈਂਦਾ ਪਰ ਫਿਰ ਵੀ ਆਪਣੇ ਮੂੰਹ ਤੋਂ ਇੱਕ ਗੱਲ ਨਹੀਂ ਕਹਿ ਪਾਉਂਦਾ ਕਿ ਮੈਂ ਜਾਵਾਂ। ਹੋਰ ਮੈਂ ਇਤਿਹਾਸ ਵਿੱਚ ਛੋਟੀਆਂ ਜਿਹੀਆਂ ਬੇਨਤੀਆਂ ਕਰਦਾ। ਗੁਰੂ ਨਾਨਕ ਮਹਾਰਾਜ ਜੇ ਉਹਨਾਂ ਦੇ ਅੰਦਰ ਦੀ ਵੇਖਣੀ ਹੈ ਨਾ ਤੁਸੀਂ, ਕਿਸ ਤਰ੍ਹਾਂ ਉਹਨਾਂ ਨੇ ਆਪਣੇ ਅੰਦਰ ਨੂੰ ਮਾਰਿਆ, ਅੰਦਰ ਦੀ ਮਮਤਾ ਨੂੰ ਮਾਰਿਆ, ਮੋਹ ਨੂੰ ਮਾਰਿਆ। ਗੁਰਤਾ ਗੱਦੀ ਹਰੇਕ ਪਿਓ ਸੋਚਦਾ, ਹਰੇਕ ਪਿਤਾ ਸੋਚਦਾ, ਮਾਂ-ਬਾਪ ਸੋਚਦੇ ਆ ਸਾਡੇ ਪੁੱਤਰਾਂ ਲਈ ਕੁਝ ਹੋਵੇ। ਸੁਣਿਓ ਧਿਆਨ ਦੇ ਨਾਲ, ਮਮਤਾ ਤੋਂ ਉੱਠ ਕੇ ਕਿਵੇਂ ਜੀਆ ਜਾ ਸਕਦਾ। ਹਰੇਕ ਮਾਂ-ਬਾਪ ਸੋਚਦਾ ਤੁਹਾਡੇ ਧੀਆਂ ਪੁੱਤਰ ਨੇ, ਬੱਚੇ ਨੇ, ਤੁਸੀਂ ਵੀ ਸੋਚਦੇ ਹੋਵੋਗੇ, ਕਿਉਂਕਿ ਤੁਹਾਡੇ ਅੰਦਰ, ਸਾਡੇ ਅੰਦਰ, ਮੇਰੇ ਅੰਦਰ ਇੱਕ ਮਮਤਾ ਹੈ। ਉਹ ਨਹੀਂ ਸਾਨੂੰ ਇਸ ਚੀਜ਼ ਨੂੰ ਛੱਡਣ ਦੇ ਲਈ ਛੇਤੀ ਆਪਾਂ ਰਾਜੀ ਹੁੰਦੇ, ਕਿਉਂਕਿ ਮਾਇਆ ਦੀ ਦੁਨੀਆ ਵਿੱਚ ਜੀ ਰਹੇ ਹਾਂ। ਹੁਣ ਧੰਨ ਗੁਰੂ ਨਾਨਕ ਮਹਾਰਾਜ ਦੇ ਪੁੱਤਰ ਨੇ, ਗੁਰੂ ਨਾਨਕ ਮਹਾਰਾਜ ਜੀ ਨੇ ਉਹਨਾਂ ਨੂੰ ਗੁਰਤਾ ਗੱਦੀ ਨਾ ਦੇ ਕੇ ਧੰਨ ਗੁਰੂ ਅੰਗਦ ਪਾਤਸ਼ਾਹ ਨੂੰ ਗੱਦੀ ਦੇ ਕੇ ਖਡੂਰ ਸਾਹਿਬ ਭੇਜ ਦਿੱਤਾ। ਉਹ ਗੱਦੀ ਦੇ ਵਾਰਸ ਨੇ। ਹੁਣ ਇਹ ਗੁਰੂ ਨਾਨਕ ਮਹਾਰਾਜ ਜੀ ਦੀ ਮਮਤਾ ਚੋਂ ਉੱਠੀ ਕੋਈ ਇੱਕ ਉਦਾਹਰਨ ਹੈ। ਭਾਵ ਮੋਹ ਨਹੀਂ ਆ ਚੀਜ਼ ਦੇ ਨਾਲ ਤੇ ਨਾ ਹੀ ਮੋਹ ਲਾਇਆ। ਹੁਣ ਗੁਰੂ ਅੰਗਦ ਦੇ ਪਾਤਸ਼ਾਹ ਜਦੋਂ ਖਡੂਰ ਸਾਹਿਬ ਦੀ ਧਰਤੀ ਤੇ ਵਿਰਾਜਮਾਨ ਹੁੰਦੇ ਆ, ਉੱਥੇ ਇੱਕ ਬੜਾ ਕਮਾਲ ਦਾ ਫਿਰ ਵਾਕਿਆ ਵਾਪਰਦਾ। ਪਿੰਡ ਦੇ ਵਿੱਚ ਕਿਸੇ ਕਾਰਨ ਕਰਕੇ ਬਰਸਾਤ ਨਾ ਹੋਈ, ਕਿਉਂਕਿ ਹਾਲਾਂਕਿ ਖਡੂਰ ਸਾਹਿਬ ਦੀ ਧਰਤੀ ਗੁਰੂ ਅੰਗਦ ਪਾਤਸ਼ਾਹ ਦੀ ਆਪਣੀ ਧਰਤੀ, ਆਪਣੀ ਜ਼ਮੀਨ ਹੈ, ਉਹਨਾਂ ਦੀ ਆਪਣਾ ਘਰ ਹੈ, ਉੱਥੇ ਆਪਣੀ ਵਸਾਈ ਹੋਈ ਉਹ ਨਗਰੀ ਹੈ ਉਹਨਾਂ ਦੀ। ਕਿਸੇ ਕਾਰਨ ਕਰਕੇ ਉੱਥੇ ਬਰਸਾਤ ਨਾ ਹੋਈ। ਮੈਂ ਮਮਤਾ ਦੀ ਗੱਲ ਕਰਦਾ, ਮਮਤਾ ਤੋਂ ਕਿਵੇਂ ਆਪਾਂ ਉੱਤੇ ਉੱਠਣਾ। ਬਰਸਾਤ ਨਾ ਹੋਈ ਤੇ ਉਸੇ ਪਿੰਡ ਵਿੱਚ ਇੱਕ ਸਾਧੂ ਰਹਿੰਦਾ ਸੀ, ਮਹੰਤ ਮਹਾਤਮਾ। ਉਹ ਜਦੋਂ ਪਿੰਡ ਵਾਲੇ ਉਹਦੇ ਕੋਲ ਗਏ, ਉਹਨਾਂ ਨੇ ਆਖਿਆ ਕਿ ਜਦੋਂ ਤੱਕ ਤੁਹਾਡੇ ਪਿੰਡ ਵਿੱਚ ਆ ਗ੍ਰਸਤੀ ਸਾਧੂ ਬੈਠਾ ਹੈ ਨਾ, ਗੁਰੂ ਅੰਗਦ ਪਾਤਸ਼ਾਹ ਨੂੰ ਕਹਿ ਰਹੇ ਗੁਰੂ ਬੈਠਾ ਹੈ, ਉਦੋਂ ਤੱਕ ਇਸ ਪਿੰਡ ਵਿੱਚ ਮੀਂਹ ਨਹੀਂ ਪੈ ਸਕਦਾ। ਤੁਸੀਂ ਇਹਨੂੰ ਪਿੰਡੋਂ ਬਾਹਰ ਕੱਢ ਦਿਓ, ਜਿੰਨਾ ਮੀਂਹ ਕਹੋਗੇ ਮੈਂ ਓਨਾ ਹੀ ਮੀਂਹ ਪਵਾ ਦਿਆਂਗਾ। ਗੱਲ ਤਾਂ ਬਾਰਿਸ਼ ਪਵਾਉਣ ਦੀ ਹੈ, ਗੱਲ ਤਾਂ ਬਾਰਿਸ਼ ਲਿਆਉਣ ਦੀ ਹੈ। ਤੁਸੀਂ ਆ ਗ੍ਰਸਤੀ ਨੂੰ ਕੱਢ ਦਿਓ ਪਿੰਡ ਚੋਂ ਤੇ ਮੈਂ ਬਾਰਿਸ਼ ਪਵਾ ਦਿਆਂਗਾ। ਪਿੰਡ ਵਾਲਿਆਂ ਨੇ, ਕਿਉਂਕਿ ਉਹਨਾਂ ਨੂੰ ਮੋਹ ਸੀ ਆਪਣੀਆਂ ਜ਼ਮੀਨਾਂ ਦੇ ਨਾਲ, ਕਿ ਵੀ ਜੇ ਨਾ ਪਿਆ ਤੇ ਕੱਲ ਨੂੰ ਅਸੀਂ ਭੁੱਖੇ ਮਰ ਜਾਾਂਗੇ। ਕਿ ਉਹ ਮਮਤਾ ਦੇ ਮੋਏ ਹੋਏ ਸਨ, ਮਾਇਆ ਦੇ ਮੋਏ ਹੋਏ ਸਨ। ਧੰਨ ਗੁਰੂ ਅੰਗਦ ਪਾਤਸ਼ਾਹ ਨੇ ਆਖਿਆ ਜੇ ਮੇਰੇ ਰਹਿਣ ਕਰਕੇ ਤੁਹਾਡੀਆਂ ਜ਼ਮੀਨਾਂ ਵਿੱਚ ਬਰਸਾਤ ਨਹੀਂ ਹੁੰਦੀ ਤੇ ਮੈਂ ਪਿੰਡੋਂ ਚਲਾ ਜਾਣਾ। ਗਏ ਵੀ ਆ ਸਤਿਗੁਰ, ਐਸੀ ਗੱਲ ਨਹੀਂ। ਇਹਨੂੰ ਕਹਿੰਦੇ ਆ ਕਿ ਮਮਤਾ ਨਹੀਂ ਹੈ, ਮੋਹ ਨਹੀਂ ਹੈ। ਇੱਕ ਹੋਰ ਛੋਟੀ ਜਿਹੀ ਉਦਾਹਰਨ ਦੇ ਦਿਆਂ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਵਿੱਚ ਵੀ ਬੜੀ ਕਮਾਲ ਦੀ ਇੱਕ ਉਦਾਹਰਨ ਮਿਲਦੀ ਹੈ। ਕਹਿੰਦੇ ਇੱਕ ਪੰਡਤ ਬ੍ਰਾਹਮਣ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਆਇਆ। ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਆ ਕੇ ਕਹਿੰਦਾ ਮੈਂ ਬੜਾ ਆਜਲਾ, ਕਿਉਂਕਿ ਉਸ ਵੇਲੇ ਇੱਕ ਬੜੀ ਕਮਾਲ ਦੀ ਅੱਜ ਵਾਂਗ ਨਾ ਤੇ ਲੈਪਟਾਪ ਹੋਇਆ ਕਰਦੇ ਸਨ ਤੇ ਨਾ ਆਈਪੈਡ ਜਿਹੜੇ ਆ ਗਏ, ਕੱਖ ਨਹੀਂ ਸੀ। ਬੰਦਾ ਕੀ ਕਰਦਾ ਸੀ, ਜਿਹੜਾ ਵਿਦਵਾਨ ਹੁੰਦਾ ਸੀ, ਬੰਨ ਕੇ ਕਿਤਾਬਾਂ ਹਨਾ ਜੀ ਬੈਗ ਦੇ ਵਿੱਚ ਨਾਲ ਤੁਰ ਪੈਂਦਾ ਸੀ। ਹੁਣ ਤਾਂ ਬੰਦਾ ਲੈਪਟਾਪ ਵਿੱਚ ਹੀ ਸਾਰਾ ਬ੍ਰਹਿਮੰਡ ਚੁੱਕੀ ਫਿਰਦਾ ਹਨਾ ਜੀ, ਸਾਰਾ ਕੁਝ ਉਹਦੇ ਵਿੱਚ, ਜਿੱਥੇ ਬਹਿੰਦਾ ਉੱਥੇ ਖੋਲ ਕੇ ਪੜ੍ਹ ਲੈਂਦਾ। ਉਹ ਆਇਆ, ਉਹਦੇ ਕੋਲ ਕੁਝ ਕੁ ਕਿਤਾਬਾਂ ਨੇ ਤੇ ਆ ਕੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਸਵਾਲ ਜਵਾਬ ਕਰਦਾ। ਜਦੋਂ ਹਰੇਕ ਸਵਾਲ ਤੋਂ ਜਵਾਬ ਦੇ ਦੇ ਕੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਉਹ ਨਿਰਉੱਤਰ ਕਰ ਦਿੱਤਾ ਨਾ, ਫਿਰ ਉਹ ਹਾਰ ਗਿਆ। ਜਦੋਂ ਹਾਰੇ ਹੋਏ ਨੇ ਇੱਕ ਗੱਲ ਆਖੀ,
ਹਾਰੇ ਹੋਏ ਨੇ ਇੱਕ ਗੱਲ ਆਖੀ, ਤੁਸੀਂ ਵੀ ਕੋਈ ਜਵਾਬ ਦਿਓ, ਤੁਸੀਂ ਵੀ ਕੋਈ ਸਵਾਲ ਕਰੋ। ਮੈਂ ਵੀ ਇੰਨਾ ਪੜ੍ਹਿਆ ਹੋਇਆ, ਮੈਂ ਵੀ ਇੰਨਾ ਆਦਲ ਫਾਜ਼ਲ ਆ, ਮੈਂ ਤੁਹਾਡੀ ਗੱਲ ਦਾ ਜਵਾਬ ਦਿਆਂਗਾ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਤੂੰ ਕੀ ਜਵਾਬ ਦੇਂਗਾ? ਚੱਲ ਮੈਂ ਤੈਨੂੰ ਸਵਾਲ ਕਰਦਾ। ਜਦੋਂ ਨਾ ਟਲਿਆ, ਕਹਿੰਦੇ ਮੈਨੂੰ ਕੋਈ ਮਨ ਦੀ ਗੱਲ ਸੁਣਾ ਦੇ। ਹੁਣ ਉਹ ਮਾਇਆ ਵਿੱਚ ਘਿਰਿਆ ਹੋਇਆ ਸੀ, ਉਹ ਸੰਸਾਰ ਦੀ ਮਮਤਾ ਵਿੱਚ ਫਸਿਆ ਹੋਇਆ ਸੀ। ਤੇ ਗੁਰੂ ਅਮਰਦਾਸ ਮਹਾਰਾਜ ਜਿਹੜੇ ਕਹਿੰਦੇ ਆ, ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗਿਓ, ਤੇ ਰੱਬੀ ਰੂਹ ਸੀ, ਨਿਰੰਕਾਰ ਨਾਲ ਜੁੜੀ ਕੋਈ ਰੂਹ ਸੀ। ਹੁਣ ਉਸ ਹਉਮੈ ਦੇ ਅੰਦਰ, ਉਸ ਮਾਇਆ ਦੇ ਅੰਦਰ ਗੁਰੂ ਨਹੀਂ ਜਿਉਂਦਾ। ਜਦੋਂ ਸਤਿਗੁਰੂ ਜੀ ਨੇ ਆਖਿਆ ਮੈਨੂੰ ਕੋਈ ਮਨ ਦੀ ਗੱਲ ਸੁਣਾ ਦੇ, ਹੁਣ ਤੱਕ ਤੂੰ ਸੰਸਾਰ ਦੀਆਂ ਮੋਹ ਮਾਇਆ ਦੀਆਂ ਗੱਲਾਂ ਮੇਰੇ ਤੋਂ ਪੁੱਛਦਾ ਰਿਹਾ, ਇੱਕ ਮੈਨੂੰ ਮਨ ਦੀ ਗੱਲ ਸੁਣਾ ਦੇ। ਅੱਗੋਂ ਪਤਾ ਕੀ ਕਹਿੰਦਾ? ਕਹਿੰਦਾ ਸੰਸਾਰ ਦੀਆਂ ਜਿੰਨੀਆਂ ਮਰਜ਼ੀ ਸੁਣ ਲਓ, ਮਨ ਦੀ ਤਾਂ ਮੈਨੂੰ ਇੱਕ ਵੀ ਨਹੀਂ ਆਉਂਦੀ। ਹੁਣ ਜਿਵੇਂ ਸਾਨੂੰ ਕੋਈ ਆਖੇ ਵੀ ਮੈਨੂੰ ਮਨ ਦੀ ਗੱਲ ਸੁਣਾ ਦੇ, ਮਨ ਦੀ ਗੱਲ ਸੁਣਾ ਦੇ, ਤੁਸੀਂ ਆਖੋਗੇ ਤਨ ਦੇ ਲੈਵਲ ਤੇ ਮੈਂ ਜਾਉਣਾ, ਮੇਰਾ ਝੁਕਾਅ ਤਨ ਵਾਲੇ ਪਾਸੇ ਜ਼ਿਆਦਾ ਹੈ, ਸਮਝਦੇ ਹੋ ਨਾ, ਸੰਸਾਰ ਵਾਲੇ ਪਾਸੇ ਜ਼ਿਆਦਾ ਹੈ। ਧਰਮ ਦੀ ਗੱਲ ਦਾ ਮੈਨੂੰ ਇੱਕ ਲਫ਼ਜ਼ ਵੀ ਨਹੀਂ ਪਤਾ, ਮੈਨੂੰ ਨਹੀਂ ਪਾਉਂਦਾ। ਬਸ ਇਹ ਕਹਾਣੀ ਸੀ ਉਹਦੀ। ਉਹ ਕਹਿਣ ਲੱਗਾ ਕਿ ਵੀ ਮੈਨੂੰ ਮਨ ਦੀ ਬਾਤ ਦਾ ਨਹੀਂ ਪਤਾ, ਸੰਸਾਰ ਦੀ ਗੱਲ ਦਾ ਜੋ ਮਰਜ਼ੀ ਪੁੱਛ ਲੈ। ਸੋ ਇਸ ਕਰਕੇ ਜਿਹੜੇ ਮਮਤਾ ਤੋਂ ਉੱਤੇ ਉੱਠ ਕੇ ਜਿਉਂਦੇ ਆ ਨਾ, ਉਹ ਮਨ ਦੀ ਗੱਲ ਕਰਦੇ ਆ, ਉਹ ਧਰਮ ਦੀ ਗੱਲ ਕਰਦੇ ਆ, ਉਹ ਸੱਚ ਦੀ ਗੱਲ ਕਰਦੇ ਆ, ਹਕੀਕਤ ਦੀ ਗੱਲ ਕਰਦੇ ਆ। ਤੇ ਜਿਹੜੇ ਮੋਹ ਮਾਇਆ ਦੀ ਗੱਲ ਕਰਦੇ ਆ, ਸਤਿਗੁਰੂ ਜੀ ਕਹਿੰਦੇ ਸਭ ਕੂੜੀ ਆਵੇ ਜਾਏ। ਇਹਨਾਂ ਦੇ ਕੋਲ ਸਿਰਫ ਕੂੜ ਹੋ ਸਕਦਾ ਹੈ। ਜਿਵੇਂ ਮੈਨੂੰ ਇੱਕ ਹੋਰ ਉਦਾਹਰਣ ਚੇਤੇ ਆ ਗਈ, ਭਾਈ ਲਾਲੋ ਜੀ ਨੂੰ ਆਖਿਆ ਗੁਰੂ ਨਾਨਕ ਮਹਾਰਾਜ ਜੀ ਨੇ, ਸਤਿਗੁਰੂ ਜੀ ਨੂੰ ਭਾਈ ਲਾਲੋ ਜੀ ਕਹਿੰਦੇ, ਸਤਿਗੁਰੂ ਆ ਕੀ ਹੋ ਰਿਹਾ ਸੰਸਾਰ ਤੇ? ਚਾਰੇ ਪਾਸੇ ਪ੍ਰਧਾਨਗੀ ਕਾਹਦੀ ਚੱਲ ਰਹੀ ਹੈ? ਤੇ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਆਖਿਆ ਸੀ, ਭਾਈ ਲਾਲੋ ਜੀ ਕੂੜ ਫਿਰੈ ਪ੍ਰਧਾਨ ਵੇ ਲਾਲੋ। ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਕਹਿ ਉੱਠੇ, ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ ਕਹਿ ਚੜਿਆ। ਇਹ ਮਾਇਆ ਦੇ ਵਿੱਚ ਅੰਨੇ ਹੋਏ ਲੋਕ, ਬੋਲੇ ਹੋਏ ਲੋਕ, ਇਹਨਾਂ ਨੂੰ ਸੱਚ ਦਿਸਦਾ ਹੀ ਕਿਤੇ ਨਜ਼ਰ ਨਹੀਂ ਆ ਰਿਹਾ। ਇਹ ਇਸ ਚੀਜ਼ ਤੋਂ ਉੱਤੇ ਉੱਠਣਗੇ ਤਾਂ ਇਹਨਾਂ ਨੂੰ ਕੋਈ ਸੱਚ ਨਜ਼ਰ ਆਏਗਾ। ਉੱਠਦੇ ਹੀ ਨਹੀਂ ਆਪਣੇ ਆਪ ਨੂੰ, ਇਹ ਡੇਗੀ ਉੱਥੇ ਬੈਠੇ ਆ। ਇਹਨਾਂ ਦੇ ਪੱਲੇ ਕੁਝ ਹੁੰਦਾ ਹੈ, ਹੱਸਣ ਲੱਗ ਪੈਂਦੇ ਨੇ। ਇਹਨਾਂ ਦੇ ਹੱਥ ਵਿੱਚੋਂ ਕੁਝ ਜਾਂਦਾ, ਇਹ ਰੋਣ ਲੱਗ ਪੈਂਦੇ ਨੇ। ਇਹਨਾਂ ਦਾ ਜੀਵਨ ਤੇ ਰੋਣ ਤੇ ਧੋਣ ਦੇ ਵਿੱਚ ਹੀ ਲੱਗਾ ਹੋਇਆ। ਮੈਂ ਆਪਣੇ ਕੋਲੋਂ ਥੋੜਾ ਕਹਿ ਰਿਹਾ, ਗੁਰਬਾਣੀ ਕਹਿ ਰਹੀ ਹੈ, ਜਬ ਕੁਝ ਪਾਵੈ ਤਬ ਗਰਭ ਕਰਤਾ ਹੈ, ਹੱਸਣ ਲੱਗ ਜਾਂਦਾ ਹੈ। ਜਬ ਕੁਝ ਪਾਵੈ ਤਬ ਗਰਭ ਕਰ ਪੈ, ਮਾਇਆ ਗਈ ਤਬ ਰੋਣ ਲੱਗਦਾ। ਰੋਣ ਵੀ ਛੇਤੀ ਲੱਗ ਜਾਂਦਾ ਹੈ। ਉਦਾਹਰਣ ਦਿੰਦਾ ਹੁੰਦਾ ਇੱਥੇ ਕਈ ਵਾਰ ਮੈਂ, ਬੱਚੇ ਦੇ ਹੱਥ ਵਿੱਚ ਖਿਡੌਣਾ ਫੜਾ ਦਿਓ, ਹੱਸਣ ਲੱਗ ਜਾਏਗਾ। ਬੱਚੇ ਦੇ ਹੱਥ ਵਿੱਚੋਂ ਖਿਡੌਣਾ ਖੋ ਕੇ ਤੁਸੀਂ ਸਾਈਡ ਤੇ ਲੁਕਾ ਦਿਓ, ਬੱਚਾ ਰੋਣ ਲੱਗ ਜਾਏਗਾ। ਬਸ ਮਾਇਆ ਧਾਰੀ ਇਸੇ ਬੱਚੇ ਦੀ ਤਰ੍ਹਾਂ ਜਿਉਂਦਾ ਹੈ। ਇਹਨੂੰ ਕੁਝ ਫੜਾ ਦਿਓ, ਇਹਨੂੰ ਕੁਝ ਦੇ ਦਿਓ, ਇਹ ਖੁਸ਼ ਹੈ ਤੁਹਾਡੇ ਤੋਂ। ਇਹਦੇ ਹੱਥ ਵਿੱਚੋਂ ਜਦੋਂ ਹੀ ਤੁਸੀਂ ਉਹ ਚੀਜ਼ ਖੋਹ ਲਓਗੇ ਜਾਂ ਜਾਂਦੀ ਇਹਨੂੰ ਦਿਸੇਗੀ, ਇਹ ਰੋਣ ਲੱਗ ਜਾਏਗਾ, ਕਿਉਂਕਿ ਤਲ ਉਹ ਇਹਦਾ ਬਣ ਚੁੱਕਾ ਹੈ। ਇਹ ਉਸ ਚੀਜ਼ ਨੂੰ ਛੱਡਣਾ ਨਹੀਂ ਚਾਹੁੰਦਾ। ਜਿਵੇਂ ਇੱਕ ਹੋਰ ਉਦਾਹਰਣ ਦੇਦੇ ਆ, ਕਿਉਂਕਿ ਸਾਡੀ ਪਕੜ ਜਿਹੜੀ ਆ ਨਾ, ਉਹ ਬੜੀ ਮਜ਼ਬੂਤ ਆਪਾਂ ਬਣਾ ਚੁੱਕੇ ਆ। ਬਾਂਦਰ ਇਸੇ ਪਕੜ ਕਰਕੇ ਪਕੜਿਆ ਜਾਂਦਾ ਹੈ। ਆਪਾਂ ਕਹਿੰਦੇ ਵੀ ਜਾਲ 'ਚ ਫਸ ਗਿਆ, ਕਿਉਂ ਫਸਿਆ ਭਲਾ? ਉਹਦਾ ਕਾਰਨ ਸੀ ਬੜਾ ਵੱਡਾ ਫਸਣ ਦਾ। ਉਹ ਜਾਲ ਵਿੱਚ ਤਾਂ ਫਸ ਗਿਆ ਕਿਉਂਕਿ ਸ਼ਿਕਾਰੀ ਨੇ ਇੱਕ ਖੱਡਾ ਖੋਦ ਕੇ ਇੱਕ ਘੜਾ ਦੱਬ ਦਿੱਤਾ। ਘੜਾ ਦੱਬਿਆ, ਉਹਦਾ ਮੂੰਹ ਜਿਹੜਾ ਛੋਟਾ ਜਿਹਾ ਬਣਾ ਦਿੱਤਾ ਤਾਂ ਕਿ ਬਾਂਦਰ ਹੱਥ ਪਾਵੇ ਤੇ ਫਸ ਜਾਏ। ਉਹ ਕਿਵੇਂ ਫਸੇਗਾ? ਉਹਨੇ ਘੜਾ ਦੱਬਿਆ, ਮਿੱਟੀ ਖੋਦ ਕੇ ਵਿੱਚ ਛੋਲਿਆਂ ਦੀ ਮੁੱਠ ਪਾ ਦਿੱਤੀ। ਹੁਣ ਉਹਨੇ ਆਪਣੇ ਹਿਸਾਬ ਨਾਲ ਜਾਲ ਬੁਣਿਆ ਸੀ। ਬਾਂਦਰ ਨੂੰ ਕੀ ਪਤਾ ਸੀ ਮੈਂ ਛੋਲਿਆਂ ਦੀ ਮੁੱਠ ਪਕੜਾਂਗਾ ਤੇ ਮੈਂ ਫਸ ਜਾਵਾਂਗਾ। ਬਸ ਨਾ ਉਹ ਮੁੱਠ ਖੋਲਦਾ ਆਪਣੀ, ਤੇ ਨਾ ਛੋਲੇ ਛੱਡਦਾ, ਤੇ ਨਾ ਉਹ ਛੁੱਟਦਾ। ਮਰਕਟ ਮੁਸ਼ਟੀ ਅਨਾਜ ਕੀ ਮਨ ਬੋਰਾ ਰੇ, ਲੀਨੀ ਹੱਥ ਪਸਾਰ ਲਿਆ ਵਿੱਚ ਹੀ। ਹੁਣ ਜੇ ਕਿਤੇ ਖੋਲ ਦਿੰਦਾ ਤੇ ਬਚ ਜਾਂਦਾ, ਜੇ ਖੋਲਿਆ ਹੀ ਨਹੀਂ ਤੇ ਬਚਦਾ ਕਿਵੇਂ? ਬਸ ਸੰਸਾਰ ਨੂੰ ਆਪਾਂ ਪਕੜ ਕੇ ਬੈਠੇ ਆ, ਆਪਣੀਆਂ ਮੁੱਠੀਆਂ ਖੋਲਦੇ ਹੀ ਨਹੀਂ। ਕਿਤੇ ਦਿਲ ਦੇ ਦਰਵਾਜ਼ੇ ਖੋਲ ਕੇ ਸੱਚ ਨੂੰ ਅੰਦਰ ਆਉਣ ਦਿਓ, ਸਾਰਾ ਕੁਝ ਚੰਗਾ ਬਣ ਜਾਏਗਾ।
ਗੁਰੂ ਤੇਗ ਬਹਾਦਰ ਮਹਾਰਾਜ ਜੀ ਤਾਂ ਗੱਲ ਕਹਿ ਰਹੇ ਆ। ਇੱਕ ਮਾਫ ਕਰਨਾ, ਅੱਜ ਥੋੜਾ ਜਿਹਾ ਮੈਂ ਇਤਿਹਾਸ ਨੂੰ ਜ਼ਿਆਦਾ ਲੈਣਾ। ਇੱਕ ਮੈਨੂੰ ਸਾਖੀ ਵਰਕੇ ਤੇ ਯਾਦ ਆ ਗਈ। ਦੋ ਗੁਰਸਿੱਖਾਂ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੇ ਸਵਾਸ ਤਿਆਗੇ ਆ। ਰਤਨ ਸਿੰਘ ਇੱਕ ਦਾ ਜ਼ਿਕਰ ਆਪਾਂ ਪੜ੍ਹਦੇ ਹਾਂ, ਬਾਬਾ ਬੁੱਢਾ ਸਾਹਿਬ ਜੀ ਛੇਵੇਂ ਪਾਤਸ਼ਾਹ ਨੇ ਹਨਾ ਜੀ ਅੰਤਮ ਅਰਦਾਸ ਵੀ ਕੀਤਾ। ਸਵਾਸ ਉਹਨਾਂ ਦੇ ਚਰਨਾਂ ਵਿੱਚ ਉਹਨਾਂ ਦੇ ਪੂਰੇ ਹੋਏ ਆ। ਬੜਾ ਵਡਭਾਗਾ ਸਿੱਖ ਰਤਨ ਸਿੰਘ ਜੱਗੀ ਨੇ ਇਸ ਗੱਲ ਦਾ ਜ਼ਿਕਰ ਕੀਤਾ। ਭਾਈ ਗੁਰਦਾਸ ਜੀ ਜਿਹੜੇ ਜਿਨ੍ਹਾਂ ਦੀਆਂ ਆਪਾਂ ਵਾਰਾਂ ਪੜ੍ਹਦੇ ਆਂ, ਕਵਿਤ ਪੜ੍ਹਦੇ ਆਂ, ਹਾਲਾਂਕਿ ਰਹਿਤ ਮਰਿਆਦਾ ਦੇ ਅੰਦਰ ਇਹ ਗੱਲ ਦਾ ਜ਼ਿਕਰ ਹੈ, ਜਿੱਥੇ ਬਾਣੀ ਪੜ੍ਹੀ ਜਾਣੀ ਹੈ ਪਹਿਲ ਬਾਣੀ ਨੂੰ, ਉੱਥੇ ਨਾਲ ਭਾਈ ਗੁਰਦਾਸ ਜੀ ਨੂੰ ਦੂਜੇ ਨੰਬਰ ਤੇ ਰੱਖਿਆ ਗਿਆ। ਵਡੇਰੀ ਉਮਰ ਹੋ ਗਈ, ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਵਿੱਚ ਬੈਠੇ ਆ। ਆਖਰੀ ਕਹਿੰਦੇ ਇਤਿਹਾਸ ਕਹਿੰਦੇ ਸਵਾਸਾਂ ਤੇ ਨੇ, ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਕਹਿੰਦੇ ਸਤਿਗੁਰ ਮੈਂ ਤੇਰੇ ਕੋਲੋਂ ਕੁਝ ਮੰਗਣਾ ਚਾਹੁੰਦਾ। ਹੁਣ ਵਡੇਰੀ ਉਮਰ ਦੇ ਵਿੱਚ ਬੰਦਾ ਕੀ ਮੰਗੇ ਹਨਾ ਜੀ। ਉਹੀ ਧੀਆਂ ਪੁੱਤਰਾਂ ਪੋਤਿਆਂ ਦੋਤਿਆਂ ਹਨਾ ਜੀ, ਉਹਨਾਂ ਦੀ ਚੜ੍ਹਦੀ ਕਲਾ ਲਈ ਕੁਝ ਮੰਗ ਸਕਦਾ ਬੰਦਾ, ਹੋਰ ਤਾਂ ਕੁਝ ਮੰਗ ਨਹੀਂ ਸਕਦਾ ਸਾਡੇ ਵਰਗਾ। ਪਰ ਵਡੇਰੀ ਉਮਰ ਭਾਈ ਗੁਰਦਾਸ ਜੀ ਦੀ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਕਹਿੰਦੇ ਆ ਦਾਤਿਆ ਸਮਾਂ ਬਤੀਤ ਹੋ ਗਿਆ ਜ਼ਿੰਦਗੀ ਦਾ ਬਹੁਤ ਜ਼ਿਆਦਾ, ਮੰਗ ਇੱਕ ਮੇਰੀ ਰਹਿ ਗਈ ਹੈ। ਮੰਗ ਕੀ ਰਹਿ ਗਈ ਹੈ? ਗੁਰੂ ਹਰਗੋਬਿੰਦ ਪਾਤਸ਼ਾਹ ਵੀ ਹੱਸ ਕੇ ਕਹਿੰਦੇ ਆ ਭਾਈ ਗੁਰਦਾਸ ਜੀ ਤੁਸੀਂ ਤਾਂ ਗੁਰੂ ਦੇ ਚਰਨਾਂ ਵਿੱਚ ਰਹਿੰਦੇ ਹੋ, ਤੁਸੀਂ ਜੋ ਮੰਗੋਗੇ ਸਾਰਾ ਕੁਝ ਤੁਹਾਡੇ ਲਈ ਹਾਜ਼ਰ ਹੈ, ਤੁਸੀਂ ਮੰਗ ਕੇ ਤਾਂ ਵੇਖੋ। ਗੁਰੂ ਤੁਹਾਨੂੰ ਨਹੀਂ ਦੇਗਾ ਤੇ ਹੋਰ ਕਿਹਨੂੰ ਦੇਗਾ? ਇੱਕੋ ਬਚਨ ਆਖਿਆ ਭਾਈ ਗੁਰਦਾਸ ਜੀ, ਕਹਿਣ ਲੱਗੇ ਦਾਤਿਆ ਜਿੱਦਣ ਸਵਾਸ ਪੂਰੇ ਹੋ ਜਾਣਾ ਮੇਰੀ ਯਾਦ ਕੋਈ ਨਾ ਬਣਾਈ। ਇੱਥੇ ਬੰਦਾ ਪਹਿਲਾਂ ਹੀ ਆਪਣੇ ਬੱਚਿਆਂ ਨੂੰ ਕਹਿੰਦਾ ਮੇਰੀ ਯਾਦ ਗੁਰਦੁਆਰੇ ਵਿੱਚ ਟੰਗ ਦਿਓ, ਆਉਂਦੇ ਜਾਂਦੇ ਲੋਕ ਮੈਨੂੰ ਵੇਖੀ ਜਾਣ, ਮੇਰੀ ਯਾਦ ਦਾ ਪੱਖਾ ਲਾ ਦਿਓ, ਮੇਰੀ ਯਾਦ ਦਾ ਇੱਕ ਪੱਥਰ ਦਾ ਟੁਕੜਾ ਲਾ ਦਿਓ ਹਨਾ। ਇੱਥੇ ਤਾਂ ਮਾਫ ਕਰਨਾ, ਕਈ ਇਹੋ ਜਿਹੇ ਵਿਚਾਰੇ ਉਹ ਗੁਰਦੁਆਰੇ ਪਤਾ ਕੀ ਲੱਭਦੇ ਫਿਰਦੇ ਹੁੰਦੇ ਆ, ਉਹ ਨਾਮ ਦੇ ਪੱਥਰ ਹੀ ਲੱਭਦੇ ਫਿਰਦੇ ਹੁੰਦੇ। ਮੇਰੇ ਨਾਮ ਦਾ ਪੱਥਰ ਕਿੱਥੇ ਲੱਗਾ? ਦੱਸ ਤੂੰ ਰਹਿਣਾ ਇਸ ਜੱਗ ਤੇ, ਰਹਿਣਾ ਤੂੰ ਜੱਗ ਤੇ ਕਿ ਜੋ ਚੀਜ਼ਾਂ ਲੱਭਦਾ ਇਹਨੂੰ ਤਾਂ ਕਹਿੰਦਾ ਜਾਂ ਰਹਿਣਾ ਨਹੀਂ ਇਹ ਜੱਗ ਤਾਂ ਮਰਦੇ ਦਮ ਤੱਕ ਵੀ ਗਰਭ ਨਹੀਂ ਤੇਰਾ ਜਾਂਦਾ, ਹੰਕਾਰ ਨਹੀਂ ਜਾਂਦਾ, ਫਿਰ ਵੀ ਤੂੰ ਲੱਭੀ ਹੋਈ ਜਾਂਦਾ। ਇਹਨੂੰ ਤਾਂ ਸਤਿਗੁਰੂ ਜੀ ਕਹਿੰਦੇ ਆ ਮੇਰੇ ਨਾਂ ਦਾ ਪੱਥਰ ਲੱਗ ਜਾਵੇ, ਮੇਰੀ ਯਾਦ ਰਹਿ ਜਾਏ। ਮੇਰੇ ਨਾਂ ਦਾ ਪੱਖਾ ਅੱਜ ਹੀ ਵੇਖਣਾ ਤੁਸੀਂ ਗੁਰਦੁਆਰਿਆਂ ਦੇ ਅੰਦਰ ਜਿਹੜੇ ਪੱਖੇ, ਇੱਥੇ ਤਾਂ ਮੈਨੂੰ ਕੋਈ ਨਜ਼ਰ ਨਹੀਂ ਆਉਂਦਾ, ਭਾਵੇਂ ਥੱਲੇ ਭਾਵੇਂ ਕੋਈ ਹੋਵੇ, ਉਹਨਾਂ ਪੱਖਿਆਂ ਦੇ ਉੱਤੇ ਸਪੈਸ਼ਲ ਨਾਮ ਲਿਖਿਆ ਹੁੰਦਾ, ਲਿਖਿਆ ਹੁੰਦਾ ਨਾ ਜੀ। ਇਹ ਕਹਾਣੀ ਹੈ। ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰ ਜੀਓ ਸਵਾਸ ਅਖੀਰ ਨੇ ਪਤਾ ਨਹੀਂ ਕਿਹੜੇ ਵੇਲੇ ਛੁੱਟ ਜਾਣ, ਪਰ ਮੇਰੀ ਇੱਕ ਤੁਹਾਡੇ ਚਰਨਾਂ ਵਿੱਚ ਮੰਗ ਹੈ, ਮੇਰੀ ਯਾਦ ਕੋਈ ਨਾ ਬਣਾਇਓ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਵੀ ਲੋਕ ਮੈਨੂੰ ਨਮਸਕਾਰਾਂ ਕਰਨ ਦਾਤਿਆ, ਲੋਕ ਤੈਨੂੰ ਨਮਸਕਾਰਾਂ ਕਰਨ। ਸਾਡੀ ਕੋਈ ਪਾਇਆ ਨਹੀਂ ਹੈ ਕਿ ਵੀ ਲੋਕ ਸਾਨੂੰ ਨਮਸਕਾਰਾਂ ਕਰਨ। ਅੱਜ ਜਿਵੇਂ ਦੇਹ ਧਾਰੀਆਂ ਦੀਆਂ ਯਾਦਾਂ ਬਣਾ ਬਣਾ ਆਪਾਂ ਪੂਜਦੇ ਆਂ, ਗੁਰੂਆਂ ਨਾਲੋਂ ਵੀ ਉੱਚਾ ਦਰਜਾ ਦਿੰਨੇ ਆਪਾਂ ਉਹਨਾਂ ਨੂੰ। ਮਾਫ ਕਰਨਾ, ਗੁਰੂ ਦਾ ਕਈ ਵਾਰ ਅਦਬ ਨਹੀਂ ਕਰ ਪਾਉਂਦੇ, ਉਹਨਾਂ ਦੀਆਂ ਯਾਦਾਂ ਦਾ ਆਪਾਂ ਬਹੁਤ ਅਦਬ ਕਰ ਦਿੰਦੇ ਆ। ਮੈਂ ਰੋਪੜ ਜਦੋਂ ਰਹਿੰਦਾ ਹੁੰਦਾ ਸੀ, ਉੱਥੇ ਇੱਕ ਬਾਬੇ ਦੀ ਅੱਜ ਵੀ ਕਾਰ ਸੰਭਾਲੀ ਪਈ ਹੈ। ਉਹ ਕਾਰ ਕਹਿੰਦੇ ਕਿ ਵੀ ਪਾਣੀ 'ਚ ਤਰ ਗਈ ਬਿਨਾਂ ਪੈਟਰੋਲ ਤੋਂ ਹੀ, ਉਧਰੋਂ ਸਤਲੁਜ ਦਰਿਆ 'ਚ ਹੜ੍ਹ ਆ ਗਿਆ। ਉਹ ਕਾਰ ਅੱਜ ਵੀ ਸੰਭਾਲੀ, ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਬਾਅਦ 'ਚੋਂ ਟੇਕਣਗੇ, ਉਸ ਕਾਰ ਨੂੰ ਜਾ ਕੇ ਪਹਿਲਾਂ ਟੇਕਣਗੇ। ਇੱਥੇ ਤਾਂ ਬਾਬਿਆਂ ਦੀਆਂ ਫਲਸ਼ਾਂ ਸੰਭਾਲੀ ਬੈਠੇ ਆ ਲੋਕ, ਜੁੱਤੀਆਂ ਸੰਭਾਲੀ ਬੈਠੇ ਆ ਲੋਕ। ਤੇ ਮਾਫ ਕਰਨਾ, ਕਈ ਤੇ ਇਹੋ ਜਿਹੇ ਵੀ ਆ ਅਗਿਆਨੀ ਬੰਦੇ, ਪਤਾ ਨਹੀਂ ਬਾਬਿਆਂ ਦਾ ਕੀ ਕੀ ਸੰਭਾਲੀ ਬੈਠੇ ਤੇ ਮੱਥੇ ਰਗੜੀ ਜਾਂਦੇ ਆ। ਇੰਨੀ ਅਗਿਆਨਤਾ। ਭਾਈ ਗੁਰਦਾਸ ਜੀ ਕਹਿੰਦੇ ਦਾਤਿਆ ਮੇਰੇ ਨਾਂ ਦੀ ਯਾਦ ਕੋਈ ਨਾ ਹੋਵੇ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਗਲ ਵਕੜੀ ਵਿੱਚ ਲੈ ਕੇ ਇੱਕ ਗੱਲ ਆਖੀ, ਭਾਈ ਗੁਰਦਾਸ ਜੀ ਜਿਹੜੇ ਮਮਤਾ ਤੋਂ ਉੱਤੇ ਉੱਠ ਕੇ ਜਿਉਣ ਲੱਗ ਜਾਣ, ਦੁਨੀਆ ਦੀ ਮੋਹ ਮਾਇਆ ਤੋਂ ਉੱਤੇ ਉੱਠ ਕੇ ਜੀਣ ਲੱਗ ਜਾਣ, ਉਹਨਾਂ ਦੀ ਯਾਦਾਂ ਗੁਰੂ ਦੇ ਹਿਰਦੇ ਵਿੱਚ ਬਣਦੀਆਂ ਨੇ। ਤੁਹਾਡੀਆਂ ਯਾਦਾਂ ਸਾਡੇ ਹਿਰਦੇ ਵਿੱਚ ਨੇ।
ਜਦੋਂ ਗੁਰੂ ਨੂੰ ਯਾਦ ਕੀਤਾ ਜਾਏਗਾ ਭਾਈ ਗੁਰਦਾਸ ਜੀ ਤੁਹਾਨੂੰ ਨਾਲ ਯਾਦ ਕੀਤਾ ਜਾਏਗਾ। ਗੁਰੂ ਅਰਜਨ ਦੇਵ ਮਹਾਰਾਜ ਨੇ ਕਹਿ ਦਿੱਤਾ ਭਾਈ ਗੁਰਦਾਸ ਜੀ, ਆਪਾਂ ਕਹਿੰਦੇ ਆ ਨਾ ਭਾਈ ਗੁਰਦਾਸ ਜੀ ਦੀ ਵਾਰਾਂ ਜਿਹੜੀਆਂ ਨੇ ਉਹ ਗੁਰੂ ਦੀ ਕੁੰਜੀ ਹੈ, ਜਿੱਥੇ ਬਾਣੀ ਪੜ੍ਹੀ ਜਾਂਦੀ ਹੈ ਸਤਿਕਾਰ ਦੇ ਨਾਲ ਰਾਗੀ ਸਿੰਘ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹਦੇ ਆ। ਅੱਜ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਵਿਖੇ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਪੁਰਬ ਆਉਂਦਾ ਹੈ ਨਾ, ਪਹਿਲੀਆਂ 40 ਦੀਆਂ 40 ਵਾਰ ਦੀਆਂ ਪੌੜੀਆਂ ਚੇਤੇ ਰੱਖਣਾ ਭਾਈ ਗੁਰਦਾਸ ਜੀ ਦੀਆਂ ਪੜ੍ਹੀਆਂ ਜਾਂਦੀਆਂ ਨੇ ਸਾਰੀਆਂ। ਵੈਸੇ ਉਹਦੀਆਂ ਪੂਰੀਆਂ ਜਿਹੜੀਆਂ ਉਹ ਨੇ ਵਾਰਾਂ ਉਹ 40 ਨੇ, ਪਰ ਉਹਨਾਂ ਦੇ ਅੰਦਰ ਦੀਆਂ ਜਿਹੜੀਆਂ ਪੌੜੀਆਂ ਨੇ ਉਹ ਜ਼ਿਆਦੀਆਂ ਕਈ ਵਾਰ ਹੁੰਦੀਆਂ ਨੇ, ਜਿਵੇਂ ਪਹਿਲੀ ਵਾਰ ਦੀਆਂ 40 ਪੌੜੀਆਂ ਨੇ। ਸੋ ਇਸ ਕਰਕੇ ਮੈਂ ਬੇਨਤੀ ਕਰਾਂ, ਜਿਹੜੇ ਮਾਇਆ ਮਮਤਾ ਤੋਂ ਉੱਤੇ ਉੱਠ ਕੇ ਜਿਉਣ ਲੱਗ ਜਾਂਦੇ ਆ ਉਹ ਗੁਰੂ ਹਿਰਦੇ ਦੇ ਅੰਦਰ ਬੈਠ ਜਾਂਦੇ ਆ, ਉਹ ਗੁਰੂ ਚਰਨਾਂ ਵਿੱਚ ਬੈਠ ਜਾਂਦੇ ਆ। ਛੋਟੀ ਜਿਹੀ ਇੱਕ ਹੋਰ ਗੱਲ ਚੇਤੇ ਆਈ, ਭਾਈ ਮਰਦਾਨਾ ਜੀ ਨੇ ਵੀ ਧੰਨ ਗੁਰੂ ਨਾਨਕ ਮਹਾਰਾਜ ਜੀ ਨੂੰ ਇਹੀ ਗੱਲ ਆਖੀ ਸੀ ਜਦੋਂ ਉਹ ਵੀ ਆਖਿਰ, ਕਿਉਂਕਿ ਬੜਾ ਲੰਮਾ ਸਮਾਂ ਗੁਰੂ ਨਾਨਕ ਮਹਾਰਾਜ ਜੀ ਨੇ ਖਾਣਾ ਜੀ, ਇੱਕ ਗੁਰੂ ਨਾਨਕ ਪਾਤਸ਼ਾਹ ਜੀ ਤੇ ਭਾਈ ਮਰਦਾਨਾ ਜੀ ਦੀ ਮਿੱਤਰਤਾ ਬੜੀ ਗੂੜੀ, ਬਹੁਤ ਜ਼ਿਆਦਾ ਗੂੜੀ ਮਿੱਤਰਤਾ, ਭਾਵ ਇੱਕ ਦੂਜੇ ਤੋਂ ਜੇ ਥੋੜਾ ਜਿਹਾ ਵੀ ਕਿਤੇ ਇੱਧਰ ਉੱਧਰ ਹੋ ਜਾਂਦੇ ਸਨ ਤੇ ਇੱਕ ਦੂਜੇ ਨੂੰ ਲੱਭਦੇ ਫਿਰਦੇ ਹੁੰਦੇ ਸਨ, ਇੰਨੀ ਮਿੱਤਰਤਾ ਗੂੜੀ ਸੀ। ਭਾਈ ਮਰਦਾਨਾ ਜੀ ਜਦੋਂ ਆਪਣੇ ਸਵਾਸ ਤਿਆਗਦੇ ਆ ਤੇ ਇੱਕ ਗੱਲ ਉਹ ਵੀ ਕਹਿੰਦੇ ਆ, ਧੰਨ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਆ, ਭਾਈ ਮਰਦਾਨਿਆ ਬੜਾ ਲੰਮਾ ਸਮਾਂ ਇੱਥੇ ਗੁਰੂ ਪੁੱਛ ਰਿਹਾ, ਭਾਈ ਮਰਦਾਨਿਆ ਇੰਨਾ ਲੰਮਾ ਸਮਾਂ ਰਿਹਾ ਮੇਰੇ ਨਾਲ, ਦੱਸ ਕੀ ਅਖੀਰ ਇੱਛਾ ਤੇਰੀ ਪੂਰੀ ਕਰੀਏ, ਕਿਉਂਕਿ ਸਰਬ ਸੁੱਖਾਂ ਦਾ ਦਾਤਾ ਤੇਰੇ ਕੋਲ ਬੈਠਾ ਹੈ, ਸਾਰਾ ਕੁਝ ਦੇਣ ਵਾਲਾ ਸਭ ਤੇ ਵੱਡਾ ਸਤਿਗੁਰੂ ਨਾਨਕ ਤੈਨੂੰ ਕਹਿ ਰਿਹਾ ਮੰਗ ਕੀ ਮੰਗਦਾ, ਦੱਸ ਤੇਰੇ ਪਰਿਵਾਰ ਦੇ ਨਾਮ ਜ਼ਮੀਨ ਜਾਇਦਾਦ ਲਵਾ ਦਿਆਂ, ਪਟਵਾਰੀਆਂ ਦਾ ਪੁੱਤਰ ਆ, ਕੁਝ ਵੀ ਕਰ ਸਕਦਾ, ਦੱਸ ਜਾਂ ਤੇਰੇ ਨਾਂ ਦੀ ਕੋਈ ਮੂਰਤੀ ਬਣਾ ਕੇ ਚੌਂਕ ਵਿੱਚ ਫਿੱਟ ਕਰਾ ਦਿਆਂ, ਤਲਵੰਡੀ ਦੀ ਧਰਤੀ ਤੇ ਲਵਾ ਦਿਆਂ, ਜਾਂ ਤੇਰੇ ਨਾਂ ਦੀ ਕਬਰ ਬਣਾ ਕੇ ਤੈਨੂੰ ਲੋਕ ਪੂਜਿਆ ਕਰਨਗੇ। ਭਾਈ ਮਰਦਾਨਿਆ ਦੱਸ ਇਹਨਾਂ ਚੀਜ਼ਾਂ ਚੋਂ ਕੁਝ ਤੈਨੂੰ ਚਾਹੀਦਾ ਹੈ? ਭਾਈ ਮਰਦਾਨੇ ਨੇ ਇੱਕੋ ਗੱਲ ਆਖੀ ਸੀ, ਨਹੀਂ ਸਾਧ, ਇਹ ਮਮਤਾ ਤੋਂ ਉੱਠੇ ਹੋਇਆਂ ਦੀਆਂ ਜੀਵਨ ਹੈ, ਮੋਹ ਮਾਇਆ ਤੋਂ ਉੱਤੇ ਉੱਠ ਕੇ ਜਿਉਣ ਵਾਲਿਆਂ ਦੀਆਂ ਗੱਲਾਂ। ਭਾਈ ਮਰਦਾਨਾ ਜੀ ਕਹਿਣ ਲੱਗੇ, ਸਤਿਗੁਰ ਸਾਰੀ ਜ਼ਿੰਦਗੀ ਨਾਲ ਰੱਖਿਆ, ਸਾਰੀ ਜ਼ਿੰਦਗੀ ਸੱਚ ਦੀਆਂ ਬਾਤਾਂ ਕਹਾਉਂਦਾ ਰਿਹਾ, ਸਾਰੀ ਜ਼ਿੰਦਗੀ ਮੋਹ ਮਾਇਆ ਤੋਂ ਉੱਤੇ ਉਠਾ ਕੇ ਸੱਚ ਦੀ ਬਾਤ ਮੈਨੂੰ ਦੱਸਦਾ ਰਿਹਾ, ਤੇ ਅੱਜ ਉਸੇ ਮਮਤਾ ਦੇ ਵਿੱਚ ਮੈਨੂੰ ਧਕੇਲ ਰਿਹਾ। ਨਹੀਂ, ਮੈਂ ਲੋਕਾਂ ਤੋਂ ਆਪਣੀ ਪੂਜਾ ਨਹੀਂ ਕਰਾਉਣਾ ਚਾਹੁੰਦਾ, ਮੈਂ ਪੂਜਾ ਨਿਰੰਕਾਰ ਦੀ ਕਰਾਉਣੀ ਚਾਹੁੰਦਾ। ਇਹ ਲੋਕ ਨਿਰੰਕਾਰ ਦੀ ਪੂਜਾ ਕਰਨ, ਸੱਚ ਦੀ ਪੂਜਾ ਕਰਨ, ਮੇਰੇ ਵਰਗੇ ਦੀ ਕੀ ਪਾਇਆ ਤੇਰੇ ਅੱਗੇ ਕਿ ਵੀ ਮੈਂ ਆਪਣੀ ਪੂਜਾ ਕਰਾਉਂਦਾ ਫਿਰਾਂ। ਸੋਰੋ ਵਿਚਾਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਆ, ਜੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ, ਜਿਸ ਮਨੁੱਖ ਨੇ ਮਾਇਆ ਦਾ ਮੋਹ ਛੱਡ ਦਿੱਤਾ, ਆਈ ਹੈ ਛੱਡਣ ਦੇ ਲਈ, ਹੋਰ ਕੀ ਹੈ। ਇਹ ਨਹੀਂ ਕਿ ਵੀ ਦੁਨੀਆ ਛੱਡ ਦਿੱਤੀ ਤੇ ਮਾਇਆ ਛੱਡ ਦਿੱਤੀ, ਨਹੀਂ, ਦੁਨੀਆ ਵਿੱਚ ਰਹਿ ਕੇ ਮਾਇਆ ਜਿਹੜੀ ਹੈ ਨਾ ਉਹਦੀ ਮਮਤਾ ਨੂੰ ਤਿਆਗਣਾ, ਮੋਹ ਨੂੰ ਤਿਆਗਣਾ, ਗੁਜ਼ਰਾਨ ਕਰਨਾ ਹੈ। ਪਰ ਇਹ ਨਹੀਂ ਕਿ ਵੀ ਘਰ-ਬਾਰ ਛੱਡ ਕੇ ਤੇ ਜਾ ਕੇ ਜੰਗਲਾਂ ਜਾਣਾ ਜੀ, ਕਦੀ ਪੁੱਠਾ ਲੜਕ ਕਦੀ ਸਿੱਧਾ ਲੜਕਣਾ, ਉਹਦਾ ਤਿਆਗ ਨਹੀਂ ਹੈ। ਸਤਿਗੁਰੂ ਜੀ ਨੇ ਜਿੱਥੇ ਜਾ ਕੇ ਉਸ ਗੱਲ ਦੀ ਤਿਆਗਤਾ ਦੀ ਗੱਲ ਕੀਤੀ ਹੈ ਨਾ, ਉੱਥੇ ਸਤਿਗੁਰੂ ਜੀ ਕਹਿੰਦੇ ਆ ਇਹ ਤਿਆਗ ਨਹੀਂ, ਸਿੱਖੀ ਦੇ ਅੰਦਰ ਤਿਆਗਨਾ ਤਿਆਗਨ ਨਿਕਾ ਕਾਮ ਕ੍ਰੋਧ ਲੋਭ ਮੋਹ ਤਿਆਗਨਾ ਹੈ, ਇਹ ਤਿਆਗ ਦੀ ਗੱਲ ਨਹੀਂ ਹੈ। ਇੱਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਤਿਆਗ ਦੀ ਗੱਲ ਹੈ, ਇੱਥੇ ਵਿਸ਼ੇ ਵਿਕਾਰਾਂ ਨੂੰ ਤਿਆਗਣ ਦੀ ਗੱਲ ਹੈ। ਸਤਿਗੁਰੂ ਜੀ ਕਹਿੰਦੇ ਇੱਥੇ ਸੰਸਾਰ ਤਿਆਗਣ ਦੀ ਗੱਲ ਨਹੀਂ ਹੈ। ਸਭ ਤੇ ਭਇਓ ਉਦਾਸ, ਜਿਹੜਾ ਮਨੁੱਖ ਮਾਇਆ ਕਾਮ ਆਦਿਕ ਸਾਰੇ ਵਿਕਾਰਾਂ ਵੱਲੋਂ ਉਪਰਾਮ ਹੋ ਜਾਂਦਾ ਹੈ, ਭਾਵ ਉਸ ਤੋਂ ਉੱਤੇ ਉੱਠ ਜਾਂਦਾ ਹੈ, ਉਸ ਲੈਵਲ ਤੋਂ ਉੱਤੇ ਉੱਠ ਕੇ ਜਿਉਣ ਲੱਗ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ, ਕਹੋ ਨਾਨਕ ਸੁਨ ਰੇ ਮਨਾ ਤੇ ਘਟ ਬ੍ਰਹਮ ਨਿਵਾਸ। ਨਾਨਕ ਆਖਦਾ ਹੈ ਕਿ ਮੇਰੇ ਮਨ ਸੁਣ, ਉਸ ਹਿਰਦੇ ਵਿੱਚ ਪ੍ਰਤੱਖ ਤੌਰ ਤੇ, ਜਿਵੇਂ ਬੇਨਤੀ ਕੀਤੀ ਨਾ ਆਪ ਜੀ, ਭਾਈ ਗੁਰਦਾਸ ਜੀ ਵਰਗੇ, ਭਾਈ ਮਰਦਾਨਾ ਜੀ ਵਰਗੇ,
उस हिरदे दे अंदर प्रतख रूप दे अंदर गुरु दा वास हुंदा है। ਆਪਾਂ ਕਹਿੰਦੇ गुरु दा वास नहीं हुंदा, ਤੇ ਆਪਾਂ गुरु दा वास गुरु ਨੂੰ ਕਰਨੀ ਕਿੱਥੇ ਦਿੰਨੇ ਆਪਣੇ ਹਿਰਦੇ ਦੇ ਅੰਦਰ। ਬੇਨਤੀ ਧਿਆਨ ਨਾਲ ਸੁਣਿਓ, गुरु दा वास अपने हिरदे दे, जां आपां इउं कह लईए अपने घर हिरदे दे अंदर गुरु नूं वड़न नहीं कित्थे दिंदे। आपां दरवाजा बंद करके रखते हैं, ते जदों तक दरवाजा बंद होएगा ते कोई भी अंदर नहीं वड़ पाएगा, जिन्ना मर्जी कोई जोर ला ले। हाँ, तोड़ के भावें बाहरली दुनिया दे अंदर कोई अंदर आ जाए, पर चेते रखना उदां नहीं आ सकदा। यही कहानी धर्म दी दुनिया दे अंदर है। गुरु नानक महाराज जी कहते सो दर केहा सो घर केहा जित वै सर्ब संभाले। मैं भी उस घर दे अंदर जाना चाहना, उस घर दे अंदर जिथे सतगुर तू बैठ के सब दी संभाल करदा है, जिथे तू बैठ के सब नूं प्रतिपालदा है, मैनू भी किसे उस घर दे विच रख लै। गुरु नानक महाराज कहते वो घर तो तेरे अंदर ही है, तू दिल दरवाजे खोल तां सही, मैं आप ही तेरे कोल आ जाऊंगा। ते जे आपां चाहुंदे आ कि भी गुरु आप ही साडे हिरदे च आ जाए, फिर चेते रखना सानू निज घर महल बनाउणा पएगा। मैं एक होर बेनती करां, ध्यान नाल सुणिओ। बाहर दे महल बड़े चंगे आ साडे, बड़ा पैसा ला ला के आपां बनाए, अरबां खरबां रुपये ला ले, बड़े आलीशान बंगले बना के रहन लग पे। कदी ध्यान मारिया अपने दिल हिरदे महल दे अंदर, इस दे लई तुसी की कुछ कीता, इहदे लई कुछ तुसी खर्चिया। आ दिल हिरदे दे अंदर जिन्हों सतगुर कह रहा निज घर महल पावो सुख सहजे, बोर ना होए गो फेरा। इस हिरदे नूं शंगारण दे लई की कुछ तुसीं कीता, इहदे लई की कुछ करना चाहिदा सी सानू, वो आपां कीता नहीं। सतगुरु जी कहंदे इहदे लई, इहनूं चंगा बनाउण दे लई कोई बाहरी पैसा खर्चण दी लोड़ नहीं। इहदे लई कुछ इहदे लई इह नहीं कि भी तू आ बाहरे जो अडंबर करदा है, इहदे लई इह अडंबर करने पैणगे, नहीं। इहदे लई है सांझ करीजै गुणा केरी, छोड़े अवगण चलीए। इहनूं शंगारण दे लई अवगण छड्डणे पैणगे, ते गुरु ने ते आप फिर मन मंदिर बन जाएगा, तन वेश कलंदर बन जाएगा। घट ही तीरथ नावा एक शब्द मेरा प्राण वस्त है, गुरु फिर इत्थे वसेगा। हुण कहने ना मेरे अंदरों नहीं बोलदा, हुण कहना कि बोलदा नहीं हो, मैनूं सुणदा नहीं। जे तू उहनूं लैके आएगा अपने हिरदे दे अंदर ते बोलेगा ना तेरे विचों, जिवें सतगुरु जी कहंदे आ ते घट ब्रह्म निवास, जिस हिरदे दे अंदर ब्रह्म दा निवास हो जाता है, फिर उस हिरदे दे अंदर वो आप नहीं निरंकार बोलदा है, जिन्हों कहने सब घट राम बोलै, राम बिना को बोलै रे। उत्थे जाके फिर एक अवस्था बनती है, सतगुरु जी कहंदे आ सद सुनदा सद वेखदा, सुनदा भी है वेखदा भी है। क्यों? जदों बैठा होएगा ना हिरदे दे अंदर, फिर सानू वेखदा भी होएगा, सानू सुनदा भी होएगा। बस हजे आपां ना सानू सुनन दा कारण ना वेखण दा कारण पता की है, आपां ओदे उत्ते कूड़ दा पर्दा पा दित्ता है, ओदे उत्ते हंकार दा पर्दा पा दित्ता है। हंकार दे पर्दे नूं चुकांगे ते ब्रह्म ही ब्रह्म है, ब्रह्म दिसै ब्रह्म सुणिए, चारे पासे ब्रह्म ही ब्रह्म है। फिर जिवें सतगुरु जी ने बचन एक ना गुरु अमरदास महाराज जी दा, सतगुरु जी कहंदे जेड़ा ब्रह्म नूं बिंद लैंदा ब्रह्म बिंदा तिसदा ब्रह्म तर है। हुण ब्रह्म ही लियाउणा ना अपने अंदर, निरंकार ही लियाउणा। ते सतगुरु जी कहंदे किवें आवे, ब्रह्म बिंदा तिसदा ब्रह्म तर है, एक शब्द लिव लाए। एक शब्द नाल लिव ला लै, एक शब्द दे नाल सुरत जोड़ लै। एक शब्द मेरा प्राण वस्त है, एक शब्द दे नाल ऐसी अवस्था बन जाएगी जिन्हों गुरु तेग बहादुर महाराज कहते ते घट ब्रह्म निवास। ब्रह्म दा निवास ही उहदे अंदर है। सो गुरु तेग बहादुर महाराज जी दा इह पावन वचन बड़ा कुछ अपने अंदर समो के बैठा। मैं तो सिर्फ
ਇੱਕ ਆਪਣੇ ਖਿਆਲਾਤ ਗੁਰਬਾਣੀ ਨੇ ਜੋ ਸਮਝਾਇਆ ਉਹ ਤੁਹਾਡੇ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਅਧੂਰਾ ਆ ਮੈਂ ਪੂਰਾ ਨਹੀਂ ਆ, ਤੇ ਅਧੂਰਿਆਂ ਦੀਆਂ ਗੱਲਾਂ ਹਮੇਸ਼ਾ ਅਧੂਰੀਆਂ ਹੋਈਆਂ ਕਰਦੀਆਂ ਨੇ, ਪੂਰੀਆਂ ਨਹੀਂ। ਇਸ ਕਰਕੇ ਗੁਰੂ ਦੀ ਗੱਲ ਜਿਹੜੀ ਹੈ ਉਹ ਪੂਰੀ ਹੁੰਦੀ ਹੈ। ਇਹਦੇ ਵਿੱਚੋਂ ਜੋ ਤੁਹਾਨੂੰ ਲੱਗੇ ਨਾ ਗੁਰੂ ਦਾ ਬਚਨ ਸਮਝ ਆਵੇ, ਉਹਨੂੰ ਆਪਣੇ ਦਿਲ ਦਰਵਾਜ਼ੇ ਵਿੱਚ ਬੰਦ ਕਰ ਲਿਓ ਤੇ ਰੋਜ਼ ਉਹਨੂੰ ਖੋਲ ਕੇ ਪੜ੍ਹਨ ਦਾ ਯਤਨ ਕਰੋ, ਉਹਦੇ ਅਨੁਸਾਰ ਚੱਲਣ ਦਾ ਯਤਨ ਕਰੋ। ਇੰਨੀ ਕੁ ਬੇਨਤੀ ਪ੍ਰਵਾਨ ਕਰਿਓ। ਭੁੱਲਾਂ ਦੀ ਖਿਮਾ, ਬੋਲਦਿਆਂ ਪਾਸੋਂ ਨੇਕਾਂ ਹੋ ਜਾਂਦੀਆਂ ਨੇ। ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣਹਾਰ ਹੈ ਜੀ, ਬਖਸ਼ ਲੈਣਾ। ਜ਼ਰੂਰੀ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਰਦੇ ਹਾਂ। ਸਤਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਦਾਤਾਰ ਪਿਤਾ ਜੀ ਦਾ 25 ਤਰੀਕ ਨੂੰ ਪ੍ਰਕਾਸ਼ ਦਿਹਾੜਾ ਆ ਰਿਹਾ ਹੈ। ਉਸ ਦੇ ਸਬੰਧ ਦੇ ਵਿੱਚ ਸਮੁੱਚੇ ਸਿੱਖ ਪੰਥ ਦੇ ਅੰਦਰ ਜੋ ਹੈ ਇਹ ਬੜੀ ਸ਼ਰਧਾ ਪ੍ਰੇਮ ਭਾਵਨਾ ਨਾਲ ਮਨਾਇਆ ਜਾਣਾ ਹੈ। ਕੱਲ 23 ਤਰੀਕ ਨੂੰ ਮੇਨ ਹਾਲ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਵੇਗਾ। 8:30 ਵਜੇ ਭੋਗ ਜਿਹੜੇ ਨੇ ਉਹ 25 ਤਰੀਕ ਨੂੰ ਸਵੇਰੇ 6:30 ਵਜੇ ਉਪਰੰਤ ਜੋ ਹੈ 10 ਵਜੇ ਤੱਕ ਤਕਰੀਬਨ ਦੀਵਾਨ ਸੱਜਣਗੇ। ਆਪ ਸਭ ਨੇ ਗੁਰੂ ਚਰਨਾਂ ਵਿੱਚ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ